ਸਾਰਿਆਂ ਨੂੰ ਜੈ ਮਸੀਹ ਦੀ। ਪਵਿੱਤਰ ਬਾਈਬਲ ਵਿੱਚੋਂ ਪਵਿੱਤਰ ਵਚਨ ਪੜਾਂਗੇ ਕਿ ਪਿਤਾ ਪਰਮੇਸ਼ਰ ਜੀ ਜਿਹੜੇ ਨੇ ਯੁੱਗਾਂ ਦੀ ਅੰਤ ਤੱਕ ਹਰ ਵੇਲੇ ਸਾਡੇ ਨਾਲ ਹੁੰਦੇ ਆ। ਮੱਤੀ 28 ਅਧਿਆਏ ਦੀ 20 ਐਤ 'ਚ ਲਿਖਿਆ, ਅਤੇ ਉਹਨਾਂ ਨੂੰ ਸਿਖਾਓ ਪਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਯੁੱਗਾਂ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ। ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ ਇਹ ਵਚਨ ਬੋਲੇ ਕਿ ਤੁਸੀਂ ਜਿਹੜੇ ਨੇ ਲੋਕਾਂ ਨੂੰ ਪਵਿੱਤਰ ਵਚਨ ਸਿਖਾਓ ਔਰ ਉਹਨਾਂ ਨੂੰ ਚੇਲੇ ਬਣਾਓ, ਔਰ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਉਹਨਾਂ ਨੂੰ ਸਿਖਾਓ ਔਰ ਉਹਨਾਂ ਨੂੰ ਪਵਿੱਤਰ ਆਤਮਾ ਦੇ ਵਿੱਚ ਉਹਨਾਂ ਨੂੰ ਬਪਤਿਸਮਾ ਦਿਓ ਔਰ ਉਹਨਾਂ ਨੂੰ ਵਚਨ ਸੁਣਾਓ, ਤੇ ਵੇਖੋ ਮੈਂ ਯੁੱਗਾਂ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ। 12 ਚੇਲਿਆਂ ਦੇ ਪਿਤਾ ਪਵਿੱਤਰ ਆਤਮਾ ਔਰ ਪਵਿੱਤਰ ਯਿਸੂ ਜੀ ਹਮੇਸ਼ਾ ਉਹਨਾਂ ਦੇ ਨਾਲ ਸੀ ਔਰ ਉਹ ਪ੍ਰਚਾਰ ਕਰਦੇ ਸੀ, ਔਰ ਪ੍ਰਭੂ ਯਿਸੂ ਜੀ ਉਹਨਾਂ ਨੂੰ ਹਰ ਤਰ੍ਹਾਂ ਬਚਾਉਂਦੇ ਸੀ। ਔਰ 12 ਚੇਲਿਆਂ ਤੋਂ ਪਹਿਲਾਂ ਮੂਸਾ ਨੂੰ ਪਿਤਾ ਪਰਮੇਸ਼ਰ ਜੀ ਨੇ ਚੁਣਿਆ ਕਿ ਤੂੰ ਮਿਸਰ ਵਿੱਚ ਜਾ ਔਰ ਮੇਰੇ ਇਸਰਾਏਲੀਆਂ ਨੂੰ ਉੱਥੋਂ ਛੁਡਾ। ਔਰ ਮੂਸਾ ਜਿਹੜਾ ਕਹਿੰਦਾ ਯਹੋਵਾ ਪਰਮੇਸ਼ਰ ਨੂੰ, ਕੂਚ 4 ਅਧਿਆਏ ਦੀ 10 ਐਤ ਤੋਂ ਲੈ ਕੇ 12 ਐਤ ਤੱਕ ਪੜਾਂਗੇ। ਤਦ ਮੂਸਾ ਨੇ ਯਹੋਵਾ ਨੂੰ ਆਖਿਆ, ਹੇ ਪ੍ਰਭੂ, ਮੈਂ ਧੜੱਲੇਦਾਰ ਗੱਲ ਕਰਨ ਵਾਲਾ ਮਨੁੱਖ ਨਹੀਂ ਹਾਂ, ਨਾ ਅੱਗੇ ਸਾਂ ਨਾ ਜਦ ਦਾ ਤੂੰ ਆਪਣੇ ਦਾਸ ਨਾਲ ਬੋਲਿਆ, ਕਿਉਂ ਜੋ ਮੇਰੀ ਬੋਲੀ ਢਿੱਲੀ ਹੈ ਅਤੇ ਮੇਰੀ ਜੀਭ ਮੋਟੀ ਹੈ। ਤਾਂ ਯਹੋਵਾ ਨੇ ਉਸ ਨੂੰ ਆਖਿਆ, ਆਦਮੀ ਦਾ ਮੂੰਹ ਕਿਸ ਬਣਾਇਆ, ਅਤੇ ਕੌਣ ਗੂੰਗਾ ਜਾਂ ਬੋਲਾ ਜਾਂ ਸੁਜਾਖਾ ਜਾਂ ਅੰਨਾ ਬਣਾਉਂਦਾ ਹੈ? ਭਲਾ ਮੈਂ ਯਹੋਵਾ ਹੀ ਨਹੀਂ? ਸੋ ਹੁਣ ਤੂੰ ਜਾ, ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ, ਅਤੇ ਜੋ ਕੁਝ ਤੈਂ ਬੋਲਣਾ ਸੋ ਤੈਨੂੰ ਸਿਖਾਵਾਂਗਾ। ਔਰ ਯਹੋਵਾ ਪਰਮੇਸ਼ਰ ਜੀ ਮੂਸਾ ਨੂੰ ਕਹਿੰਦੇ ਕਿ ਤੂੰ ਮਿਸਰ ਵਿੱਚ ਜਾ ਔਰ ਮੇਰੇ ਇਸਰਾਏਲੀਆਂ ਨੂੰ ਉੱਥੋਂ ਛੁਡਾ। ਔਰ ਮੂਸਾ ਜਿਹੜਾ ਵਾ ਉਹ ਇਨਕਾਰ ਕਰਦਾ ਰਿਹਾ ਕਿ ਮੈਂ ਇਹ ਨਹੀਂ ਕਰ ਸਕਦਾ, ਕਿਉਂਕਿ ਮੇਰੀ ਬੋਲੀ ਢਿੱਲੀ ਆ, ਮੈਂ ਧੜੱਲੇਦਾਰ ਨਹੀਂ, ਮੇਰੀ ਜੀਭ ਮੋਟੀ ਆ। ਪਿਤਾ ਪਰਮੇਸ਼ਰ ਜੀ ਨੂੰ ਇਹ ਕਹਿੰਦਾ ਰਿਹਾ, ਔਰ ਪਿਤਾ ਪਰਮੇਸ਼ਰ ਜੀ ਨੇ ਉਹਨੂੰ ਕਿਹਾ ਕਿ ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ, ਔਰ ਜੋ ਕੁਛ ਤੂੰ ਬੋਲਣਾ ਮੈਂ ਤੈਨੂੰ ਸਿਖਾਵਾਂਗਾ। ਔਰ ਪਿਤਾ ਪਰਮੇਸ਼ਰ ਜੀ ਮੂਸਾ ਦੇ ਨਾਲ ਸੀ, ਔਰ ਮੂਸਾ ਨੇ ਮਿਸਰ ਦੇ ਵਿੱਚ ਉਥੇ ਚਮਤਕਾਰ ਕਰਕੇ ਔਰ ਪਰਮੇਸ਼ਰ ਦੀ ਸਬਰ ਸ਼ਕਤੀ ਨਾਲ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆ, ਕਿਉਂਕਿ ਪਿਤਾ ਪਰਮੇਸ਼ਰ ਯਹੋਵਾ ਪਰਮੇਸ਼ਰ ਉਹਦੇ ਅੰਗ ਸੰਗ ਸੀ। ਔਰ ਪਿਤਾ ਪਰਮੇਸ਼ਰ ਹੀ ਹਰ ਇਨਸਾਨ ਨੂੰ, ਭਾਵੇਂ ਜਿੰਨਾ ਮਰਜ਼ੀ ਨਿਰਬਲ ਹੋਵੇ, ਨਿਰਬੁੱਧ ਹੋਵੇ, ਪਿਤਾ ਪਰਮੇਸ਼ਰ ਹੀ ਇਨਸਾਨ ਨੂੰ ਚਲਾਉਂਦਾ ਹੈ, ਪਵਿੱਤਰ ਆਤਮਾ। ਔਰ ਮੂਸਾ ਨੂੰ ਪਿਤਾ ਪਰਮੇਸ਼ਰ ਨੇ ਇਸਤੇਮਾਲ ਕੀਤਾ ਮਿਸਰ ਵਿੱਚ। ਚਾਲੀ ਸਾਲ ਉਹਨਾਂ ਦੀ ਉਜਾੜ ਵਿੱਚ ਅਗਵਾਈ ਕਰਦਾ ਰਿਹਾ ਮੂਸਾ, ਔਰ ਪਿਤਾ ਪਰਮੇਸ਼ਰ ਉਹਦੇ ਮੂਸਾ ਦੁਆਰਾ ਚਮਤਕਾਰ ਕਰਦਾ ਰਿਹਾ, ਔਰ ਉਹਨਾਂ ਦੀ 40 ਸਾਲ ਇਸਰਾਏਲੀਆਂ ਦੀ ਚਾਲ ਚੱਲੀ। ਔਰ
ਜਦੋਂ ਕਨਾਨ ਦੇਸ਼ ਵਿੱਚ ਜਾਣਾ ਸੀ ਤੇ ਮੂਸਾ ਦੀ ਡੈਥ ਹੋ ਗਈ ਔਰ ਯਹੋਵਾ ਪਰਮੇਸ਼ਰ ਜੀ ਨੇ ਫਿਰ ਯਹੋਸ਼ੂਆ ਨੂੰ ਚੁਣਿਆ ਕਿ ਤੂੰ ਇਸਰਾਏਲੀਆਂ ਨੂੰ ਕਨਾਨ ਦੇਸ਼ ਵਿੱਚ ਲੈ ਕੇ ਜਾਏਂਗਾ। ਯਹੋਸ਼ੂਆ ਪਹਿਲਾ ਅਧਿਆਇ ਦੀ 8-9 ਐਤਾਂ 'ਚ ਲਿਖਿਆ ਏ, ਇਹ ਭਵਿਸ਼ਤਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ, ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ। ਕਿ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਭਈ ਤਗੜਾ ਹੋ ਅਤੇ ਹੌਸਲਾ ਰੱਖ, ਨਾ ਕੰਬ ਨਾ ਘਬਰਾ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ। ਫਿਰ ਯਹੋਸ਼ੂਆ ਨੂੰ ਵੀ ਪਿਤਾ ਪਰਮੇਸ਼ਰ ਨੇ ਕਿਹਾ ਕਿ ਤੂੰ ਤਗੜਾ ਹੋ, ਨਾ ਡਰ ਨਾ ਘਬਰਾ, ਜਿੱਥੇ ਤੂੰ ਜਾਵੇਂਗਾ ਮੈਂ ਤੇਰੇ ਸੰਗ ਆ। ਔਰ ਜਿਹੜੇ ਬੋਲ ਨੇ ਪਿਤਾ ਪਰਮੇਸ਼ਰ ਦੇ ਪਵਿੱਤਰ ਬਾਈਬਲ ਵੀ ਤੂੰ ਉਹਦੇ ਵੱਲ ਧਿਆਨ ਰੱਖ ਤੇ ਉਸੇ ਦੇ ਅਨੁਸਾਰ ਚੱਲ ਤੇ ਤੂੰ ਆਪਣੇ ਮਾਰਗ ਨੂੰ ਸਫਲ ਕਰੇਂਗਾ ਔਰ ਤੇਰਾ ਬੋਲ ਬਾਲਾ ਹੋਵੇਗਾ। ਜੋ ਵੀ ਇਨਸਾਨ ਸਮਝਦਾ ਹੈ ਕਿ ਪਿਤਾ ਪਰਮੇਸ਼ਰ ਪਵਿੱਤਰ ਆਤਮਾ ਮੇਰੇ ਨਾਲ ਆ ਔਰ ਮੇਰੀ ਸਹਾਇਤਾ ਕਰਦਾ ਹੈ, ਉਹ ਮੈਨੂੰ ਚਲਾਉਂਦਾ ਹੈ, ਉਹੀ ਇਨਸਾਨ ਦਾ ਜਿਹੜਾ ਮਾਰਗ ਆ ਸਫਲ ਹੁੰਦਾ ਤੇ ਉਹਦਾ ਹੀ ਬੋਲ ਬਾਲਾ ਹੁੰਦਾ। ਔਰ ਯਹੋਸ਼ੂਆ ਨੇ ਇਸਰਾਏਲੀਆਂ ਨੂੰ ਜਰਦਨ ਪਾਰ ਲੰਘਾਇਆ ਪਿਤਾ ਪਰਮੇਸ਼ਰ ਦੀ ਹਜ਼ੂਰੀ ਦੇ ਨਾਲ, ਉਹ ਅੰਗ ਸੰਗ ਸੀ। ਔਰ ਜਦੋਂ ਕਨਾਨ ਦੇਸ਼ ਦੇ ਵਿੱਚ ਜ਼ਰੀਓ ਦੀ ਦੀਵਾਰਾਂ ਨੂੰ ਜੈਕਾਰਿਆਂ ਨਾਲ ਗਰਾਇਆ ਯਹੋਵਾ ਪਰਮੇਸ਼ਰ ਨੇ, ਜੋ ਯਹੋਸ਼ੂਆ ਨੇ ਉਹਦੇ ਨਾਲ ਜਿਹੜੇ ਸਾਥੀ ਸਨ ਉਹਨਾਂ ਨੇ ਜੈਕਾਰੇ ਲਾਏ ਤੇ ਪਿਤਾ ਪਰਮੇਸ਼ਰ ਜੀ ਨੇ ਉਹ ਦੀਵਾਰਾਂ ਨੂੰ ਗਰਾ ਕੇ ਔਰ ਉਹਨਾਂ ਨੇ ਯਹੋਸ਼ੂਆ ਨੇ ਔਰ ਸਾਰੇ ਇਸਰਾਏਲੀਆਂ ਨੇ ਕਨਾਨ ਦੇਸ਼ 'ਤੇ ਕਬਜ਼ਾ ਕੀਤਾ ਔਰ ਪਿਤਾ ਪਰਮੇਸ਼ਰ ਜੀ ਦੇ ਨਾਮ ਨੂੰ ਉੱਚਾ ਕੀਤਾ, ਕਿਉਂਕਿ ਉਹਨਾਂ ਦੇ ਸੰਗ ਸੀ। ਉਹ ਜਿਹਦੇ ਪਰਮੇਸ਼ਰ ਸੰਗ ਨਹੀਂ ਆ ਉਹ ਕੁਝ ਨਹੀਂ ਕਰ ਸਕਦਾ। ਔਰ ਫਿਲਿਪੀਆਂ 4 ਅਧਿਆਇ ਦੀ 8-9 ਐਤਾਂ 'ਚ ਲਿਖਿਆ, ਮੁੱਕਦੀ ਗੱਲ ਹੈ ਭਰਾਓ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਜਥਰਾਤ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਵਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੋ ਕੁਝ ਗੁਣ ਹੈ ਤੇ ਜੋ ਕੁਝ ਸ਼ੋਭਾ ਹੈ, ਤਾਂ ਇਹਨਾਂ ਗੱਲਾਂ ਦਾ ਵਿਚਾਰ ਕਰੋ। ਜੋ ਕੁਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹ ਕਰੋ, ਤਾਂ ਸ਼ਾਂਤੀ ਦਾਤਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ। ਫਿਰ ਪ੍ਰਭੂ ਯਿਸੂ ਮਸੀਹ ਜੀ ਨਵੇਂ ਨੇਮ 'ਚ ਕਹਿੰਦੇ ਨੇ ਕਿ ਜੇ ਤੁਹਾਡੇ ਵਿੱਚ ਇਹ ਸਾਰੀਆਂ ਗੱਲਾਂ ਹੋਣ, ਸੱਚੀਆਂ, ਆਦਰਯੋਗ, ਜਥਰਾਤ, ਸ਼ੁੱਧ, ਸੁਹਾਵਣੀਆਂ, ਨੇਕ ਨਾਮੀ ਦੀਆਂ ਗੱਲਾਂ ਜਿਸ ਇਨਸਾਨ ਦੇ ਵਿੱਚ ਹੋਣ ਤੇ ਉਹਦੇ ਹੀ ਪਿਤਾ ਪਰਮੇਸ਼ਰ ਜੀ, ਪ੍ਰਭੂ ਯਿਸੂ ਜੀ, ਪਵਿੱਤਰ ਆਤਮਾ ਉਹਦੇ ਹੀ ਸੰਗ ਹੁੰਦਾ ਹੈ। ਔਰ ਯਿਸੂ ਮਸੀਹ ਜੀ ਕਹਿੰਦੇ ਨੇ ਜੋ ਕੁਝ ਤੁਸੀਂ ਸਿੱਖਿਆ, ਜਾਂ ਸੁਣਿਆ ਜਾਂ ਮੇਰੇ ਵਿੱਚ ਡਿੱਠਾ, ਉਹੀਓ ਕਰੋ, ਤਾਂ ਸ਼ਾਂਤੀ ਦਾਤਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ। ਕਿਉਂਕਿ ਯਿਸੂ ਮਸੀਹ ਜੀ ਨੇ ਪਿਤਾ ਪਰਮੇਸ਼ਰ ਜੀ ਦੀ ਮਰਜ਼ੀ ਨੂੰ ਪੂਰਾ ਕੀਤਾ, ਕਲਵਰੀ ਕਰੂਸ 'ਤੇ ਜਾਨ ਦੇ ਕੇ ਔਰ ਆਪਣੇ ਦੁਸ਼ਮਣਾਂ ਨੂੰ ਮਾफ़ ਕਰਕੇ ਔਰ ਤਾਨੇ ਮਿਹਣੇ, ਬੜੇ ਦੁੱਖ ਮੁਸੀਬਤਾਂ ਸਹਿ ਕੇ, ਤੇ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਵਿੱਚੋਂ
ਮੇਰੇ ਕੋਲੋਂ ਸਿੱਖਿਆ ਹੈ, ਸੁਣਿਆ ਹੈ ਤੇ ਮੇਰੇ ਵਿੱਚ ਡਿੱਠਾ ਹੈ, ਉਹੀਓ ਕਰੋ ਤੇ ਫੇਰ ਹੀ ਸ਼ਾਂਤੀ ਦਾਤਾ ਪਰਮੇਸ਼ਰ ਜਿਹੜਾ ਤੁਹਾਡੇ ਅੰਗ ਸੰਗ ਹੋਏਗਾ। ਜਿਸ ਤਰ੍ਹਾਂ ਮੂਸਾ ਨੇ, ਯਸ਼ੂਆ ਨੇ, 12 ਚੇਲਿਆਂ ਨੇ ਪਿਤਾ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕੀਤਾ ਔਰ ਕਰੰਥੀਆਂ ਪਹਿਲਾ ਕਰੰਥੀਆਂ 6 ਅਧਿਆਇ ਦੀ 9-10 ਆਇਤਾਂ 'ਚ ਲਿਖਿਆ, ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਧੋਖਾ ਨਾ ਖਾਓ, ਨਾ ਹਰਾਮ ਕਰ, ਨਾ ਮੂਰਤੀ ਪੂਜਕ, ਨਾ ਜਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ਼, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲਟੇਰੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਜਿਸ ਤਰ੍ਹਾਂ ਕਿ ਕੋਈ ਇਨਸਾਨ ਹਰ ਇਨਸਾਨ ਜਿਹੜਾ ਪ੍ਰਾਰਥਨਾ ਕਰਦਾ, ਜਦੋਂ ਕੋਈ ਦੁਖੀ ਹੁੰਦਾ, ਲਾਚਾਰ ਹੁੰਦਾ, ਕੁਛ ਨਹੀਂ ਕਰ ਸਕਦਾ ਦੁੱਖਾਂ ਮੁਸੀਬਤਾਂ 'ਚ, ਤੇ ਉਦੋਂ ਕਹਿ ਦਿੰਦੇ ਨੇ ਕਿ ਪ੍ਰਭੂ ਜਿਹੜਾ ਸਾਡੇ ਨਾਲ ਆ ਉਹ ਸਾਡੀ ਸਹਾਇਤਾ ਨਹੀਂ ਕਰਦਾ, ਸਾਡੀ ਸੁਣਦਾ ਨਹੀਂ। ਤੇ ਜਦੋਂ ਉਹ ਸੁਖੀ ਹੁੰਦੇ ਨੇ ਉਦੋਂ ਕਹਿੰਦੇ ਵੀ ਉਹ ਸਾਡੀ ਸੁਣਦਾ ਏ। ਤੇ ਜਦੋਂ ਗਲਤ ਕੰਮ ਕਰਦੇ ਨੇ, ਪਾਪ ਕਰਦੇ ਨੇ, ਗਾਲਾਂ ਕੱਢਦੇ, ਨਸ਼ਾ ਕਰਦੇ, ਜੋ ਵੀ ਗਲਤ ਕੰਮ ਕਰਦੇ ਨੇ ਜ਼ਿੰਦਗੀ ਦੇ ਵਿੱਚ ਕੋਈ ਇਨਸਾਨ ਕਰਦਾ, ਤੇ ਉਦੋਂ ਵੀ ਜਿਹੜਾ ਪਰਮੇਸ਼ਰ ਉਹਨਾਂ ਦੇ ਨਾਲ ਹੁੰਦਾ, ਮਗਰ ਉਹ ਸਮਝਦੇ ਨਹੀਂ, ਉਹ ਸੋਚਦੇ ਨਹੀਂ ਵੀ ਪ੍ਰਭੂ ਸਾਡੇ ਨਾਲ ਆ। ਉਹਨਾਂ ਦੀ ਬੁੱਧ ਨੂੰ ਪਾਪ ਨੇ ਅੰਨ੍ਹਿਆ ਕੀਤਾ ਹੁੰਦਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਵੇਖੋ ਮੈਂ ਯੁੱਗਾਂ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹੈ। ਤੇ ਜਦੋਂ ਪ੍ਰਾਰਥਨਾ ਕਰਦੇ ਆ ਉਦੋਂ ਕਹਿੰਦੇ ਵੀ ਸਾਡੇ ਨਾਲ ਹੈ, ਸਾਡੀ ਸੁਣਦਾ ਹੈ। ਤੇ ਜਦੋਂ ਪਾਪ ਕਰਦੇ ਨੇ ਉਦੋਂ ਉਹ ਸਮਝਦੇ ਨਹੀਂ ਵੀ ਉਹ ਸਾਨੂੰ ਵੇਖਦਾ ਹੈ ਜਾਂ ਸੁਣਦਾ ਹੈ, ਕਿਉਂਕਿ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ, ਉਹਦੀਆਂ ਅੱਖਾਂ ਬਣਾਈਆਂ, ਕੰਨ ਬਣਾਏ, ਤੇ ਪਰਮੇਸ਼ਵਰੀ ਜਿਹੜਾ ਏ ਉਹਦੀਆਂ ਅੱਖਾਂ ਹੈਗੀਆਂ, ਉਹਦੇ ਕੰਨ ਵੀ ਹੈਗੇ ਨੇ, ਉਹ ਵੇਖਦਾ ਏ। ਸਾਰੀ ਸ੍ਰਿਸ਼ਟੀ ਤੇ ਉਹਦੀਆਂ ਨਜ਼ਰਾਂ ਲੱਗੀਆਂ ਨੇ ਹਰ ਵੇਲੇ, ਤੇ ਉਹ ਸੁਣਦਾ ਏ। ਤੇ ਇਸ ਕਰਕੇ ਜਦੋਂ ਕੋਈ ਇਨਸਾਨ ਪਾਪ ਕਰਦਾ ਹੈ ਨਾ, ਉਹਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਮੈਂ ਪਾਪ ਕਰ ਰਿਹਾ ਤੇ ਹੁਣ ਵੀ ਪਰਮੇਸ਼ਰ ਮੇਰੇ ਨਾਲ ਆ ਤੇ ਮੈਨੂੰ ਵੇਖਣ ਡਿਆ ਹੈ, ਮੈਨੂੰ ਸੁਣਨ ਡਿਆ ਹੈ। ਜਦੋਂ ਲੋਕ ਗਾਲਾਂ ਕੱਢਦੇ ਨੇ, ਨਸ਼ਾ ਕਰਦੇ ਨੇ, ਹੋਰ ਵੀ ਬਹੁਤ ਸਾਰੇ ਪਾਪ ਨੇ ਜਿਹੜਾ ਕੋਈ ਇਨਸਾਨ ਕਰਦਾ ਹੈ। ਔਰ ਹਰ ਇਨਸਾਨ ਨੂੰ ਡਰਨਾ ਚਾਹੀਦਾ ਪਾਪ ਕਰਨ ਲੱਗਿਆ ਕਿ ਪ੍ਰਭੂ ਸਾਨੂੰ ਵੇਖਦਾ ਹੈ, ਸੁਣਦਾ ਹੈ। ਔਰ ਮੈਂ ਪਿਤਾ ਪਰਮੇਸ਼ਰ ਜੀ ਦੇ ਅੱਗੇ प्रार्थना करांगी, हे पिता परमेश्वर जी, मेरे प्रभुओं के प्रभु, जो भी तुहाडा पवित्र वचन पढ़िया गया मेरे खुदाया, ये सुनने वालियां दे जीवनां च प्रभु जी ये वचन काम करन मेरे खुदावंदा जी। मेरे पिता परमेश्वर जी, मेरे प्रभुओं के प्रभु, जिस लोग तेरे ते नेचा करके प्रार्थना करते हैं प्रभु, तुसी उन्हां दियां सुनदे हो और उन्हां दियां इच्छा नूं पूरियां करदे हो मेरे प्रभु जी। मेरे पिता परमेश्वर, मेरे प्रभु, जो गलत काम करते हैं, जो पाप करते हैं पिता परमेश्वर, मेरे प्रभुओं के प्रभु, उन्हां दी अकल बुद्ध समझ नूं खोलो मेरे पिता परमेश्वर। मेरे प्रभुओं के प्रभु, मेरे पिता परमेश्वर, उन्होंने बुद्ध ते समझ दियो मेरे प्रभु, उन्होंने बुद्ध ते शक्ति दियो, बुद्ध ते ज्ञान दियो मेरे खुदावंदा। उन्होंने पाप तो बचण वास्ते मेरे पिता परमेश्वर, उन्होंने हिरदियां 'च अपना डर पाओ मेरे प्रभु, ते पापियां नूं बचाओ मेरे जिंदा यीशु जी।
ਪਿਤਾ ਪਰਮੇਸ਼ਰ ਜੀ, ਤੁਸੀਂ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਮੇਰੇ ਖੁਦਾਵੰਦਾ, ਤਾਂ ਜੋ ਕੋਈ ਤੇਰੇ ਤੇ ਨਿਹਚਾ ਕਰੇ ਉਹ ਨਾਸ਼ ਨਾ ਹੋਵੇ, ਸਗੋਂ ਸਦੀਪਕ ਜੀਵਨ ਪਾਵੇ। ਪ੍ਰਭੂ ਮੇਰੇ ਪਿਤਾ ਪਰਮੇਸ਼ਰ ਜੀ, ਸਭਨਾਂ ਨੂੰ ਪਾਪ ਕਰਨ ਵਾਲਿਆਂ ਨੂੰ ਬਚਾਓ ਮੇਰੇ ਪਿਤਾ ਪਰਮੇਸ਼ਰ, ਹਰ ਗਲਤੀ ਗੁਨਾਹ ਤੋਂ ਬਚਾਓ ਮੇਰੇ ਪ੍ਰਭੂ, ਯਿਸੂ ਮਸੀਹ ਜੀ ਦੇ ਨਾਮ 'ਚ ਬਚਾਓ ਮੇਰੇ ਪਿਤਾ ਪਰਮੇਸ਼ਰ। ਮੇਰੇ ਪ੍ਰਭੂਆਂ ਕੇ ਪ੍ਰਭੂ, ਸਭ ਤੇ ਦਇਆ ਕਿਰਪਾ ਰਹਿਮ ਫਜ਼ਲ ਅਨੁਗ੍ਰਹਿ ਕਰੋ ਮੇਰੇ ਪਿਤਾ ਪਰਮੇਸ਼ਰ, ਸਭ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰੋ ਤੇ ਸਭਨਾਂ ਦੀਆਂ ਪ੍ਰਾਰਥਨਾ ਨੂੰ ਸੁਣ ਕੇ ਉਹਨਾਂ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰੋ। ਪ੍ਰਭੂ ਜਿੰਨੇ ਬਿਮਾਰ ਨੇ ਉਹਨਾਂ ਨੂੰ ਛੂਹ ਕੇ ਚੰਗਾ ਕਰੋ ਮੇਰੇ ਪਿਤਾ ਪਰਮੇਸ਼ਰ, ਸਭ ਤੇ ਕਿਰਪਾ ਕਰੋ ਮੇਰੇ ਪ੍ਰਭੂ, ਆਪਣੀ ਕਿਰਪਾ ਦੇ ਅਨੁਸਾਰ ਸਭ ਤੇ ਦਇਆ ਕਰੋ ਮੇਰੇ ਖੁਦਾਵੰਦਾ। ਮੇਰੇ ਪਿਤਾ ਪਰਮੇਸ਼ਰ ਜੀ, ਮੈਂ ਤੇ ਪ੍ਰਭੂ ਜੀ, ਮੈਂ ਨਿਹਚਾ ਕਰਦੀ ਤੁਸੀਂ ਮੇਰੀਆਂ ਬੇਨਤੀਆਂ ਨੂੰ ਸੁਣਿਆ ਹੈ ਮੇਰੇ ਪ੍ਰਭੂ ਜੀ। ਮੈਂ ਜੋ ਕੁਛ ਤੁਹਾਡੇ ਕੋਲੋਂ ਨਿਹਚਾ ਕਰਕੇ ਪ੍ਰਾਰਥਨਾ 'ਚ ਮੰਗਿਆ ਸੋਈ ਹੋਈ ਪਾ ਲਿਆ। ਪ੍ਰਾਰਥਨਾ ਮੰਗਦੀ ਯਿਸੂ ਮਸੀਹ ਜੀ ਦੇ ਸਾਮਰਥੀ ਨਾਮ 'ਚ, ਆਮੀਨ।